Good morning, students. Today we will start our next chapter, that is chemistry in everyday life. इस चैप्टर ਦੇ ਵਿੱਚ ਅਸੀਂ ਪੜ੍ਹਨਾ ਹੈਗਾ ਕੈਮੀਕਲਸ ਇਨ ਮੈਡੀਸਿਨਸ ਬਾਰੇ, ਕੈਮੀਕਲਸ ਇਨ ਫੂਡ ਤੇ ਕਲੀਨਜ਼ਿੰਗ ਏਜੰਟਸ ਬਾਰੇ. ਐਜ਼ ਨੇਮ ਸੁਜੈਸਟਡ ਇਟ ਇਜ਼ ਕੈਮਿਸਟਰੀ ਇਨ ਐਵਰੀਡੇ ਲਾਈਫ. ਆਮ ਜ਼ਿੰਦਗੀ ਦੇ ਵਿੱਚ ਅਸੀਂ ਕਿੱਥੇ ਕਿੱਥੇ ਕੈਮਿਸਟਰੀ ਯੂਜ਼ ਕਰ ਰਹੇ, ਕੈਮਿਸਟਰੀ ਦੇ ਕੰਪਾਊਂਡਸ ਯੂਜ਼ ਕਰ ਰਹੇ, ਉਹਦੇ ਬਾਰੇ ਅਸੀਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਨਾ ਹੈਗਾ. ਕੈਮੀਕਲਸ ਇਨ ਮੈਡੀਸਿਨਸ ਜਿੱਦਾਂ ਕਿ ਅਸੀਂ ਇੰਨੀਆਂ ਮੈਡੀਸਿਨਸ ਖਾਂਦੇ, ਕਿਹੜੀ ਮੈਡੀਸਿਨਸ ਨੂੰ ਕਿਆ ਕਹਿੰਦੇ ਹੈਗੇ, ਦਰਦਾਂ ਵਾਲੀ ਦਵਾਈ ਕਿਆ ਹੈ, ਬੁਖਾਰ ਵਾਲੀ ਦਵਾਈ ਕਿਆ ਹੈ, ਐਂਟੀਬਾਇਓਟਿਕਸ ਕਿਆ ਹੈ, ਡਿਸਇਨਫੈਕਟੈਂਟ ਕਿਆ ਹੈ, ਐਂਟਾ ਐਸਿਡਸ ਕਿਆ ਹੈ, ਐਸੈਟਰਾ ਉਹਦੇ ਬਾਰੇ ਅਸੀਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਨਾ. ਦੂਸਰਾ ਹੈ ਕੈਮੀਕਲਸ ਇਨ ਫੂਡਸ. ਉਹਦੇ ਵਿੱਚ ਅਸੀਂ ਡਿਸਕਸ ਕਰਨਾ ਫੂਡ ਪ੍ਰੀਜ਼ਰਵੇਟਿਵਸ ਬਾਰੇ, ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ ਬਾਰੇ, ਐਂਟੀਆਕਸੀਡੈਂਟਸ ਵਗੈਰਾ ਬਾਰੇ. ਠੀਕ ਹੈ. ਲਾਸਟ ਕਲੀਨਜ਼ਿੰਗ ਏਜੰਟਸ ਹੈ. ਕਲੀਨਜ਼ਿੰਗ ਏਜੰਟ ਵਾਲੇ ਚੈਪਟਰ ਦੇ ਵਿੱਚ ਅਸੀਂ ਸਟੱਡੀ ਕਰਾਂਗੇ ਕਿ ਸੋਪਸ ਕਿਆ ਹੁੰਦੇ, ਡਿਟਰਜੈਂਟਸ ਕਿਆ ਹੁੰਦੇ, ਕਿੰਨੇ ਟਾਈਪ ਦੇ ਹੁੰਦੇ, ਕਿਸ ਤਰ੍ਹਾਂ ਵਰਕ ਕਰਦੇ ਹੈਗੇ, ਉਹਨਾਂ ਦਾ ਕਲੀਨਜ਼ਿੰਗ ਐਕਸ਼ਨ ਕਿੱਦਾਂ ਹੁੰਦਾ ਹੈਗਾ, ਅਤੇ ਉਸ ਤੋਂ ਇਲਾਵਾ ਕਿ ਉਹਨਾਂ ਦੇ ਕਿਆ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਹੈ. ਅਤੇ ਇਸ ਚੈਪਟਰ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਬਾਰੇ ਸਟੱਡੀ ਕਰਨਾ. ਲੈਟਸ ਸਟਾਰਟ ਵਿਦ ਦਾ ਚੈਪਟਰ. ਫਸਟ ਸਾਡਾ ਟੋਪਿਕ ਹੈ ਡਰੱਗਸ ਔਰ ਮੈਡੀਸਿਨਸ. ਵੈਸੇ ਜਦੋਂ ਤੁਸੀਂ ਡਰੱਗਸ ਵਰਡ ਸੁਣਦੇ ਤਾਂ ਤੁਹਾਨੂੰ ਲੱਗਦਾ ਹੈਗਾ ਨਸ਼ੇ, ਬਟ ਐਕਚੁਅਲ ਦੇ ਵਿੱਚ ਡਰੱਗਸ ਜਿਹੜੇ ਸਪੈਸ਼ਲੀ ਫਾਰਮਾਸੂਟੀਕਲ ਡਰੱਗਸ ਹੁੰਦੇ ਹੈਗੇ ਉਹ ਮੈਡੀਸਿਨਸ ਹੁੰਦੀਆਂ. ਜਿਹੜੀ ਮੈਡੀਸਿਨਸ ਹੈ ਉਹਨਾਂ ਨੂੰ ਸਾਇੰਟੀਫਿਕ ਲੈਂਗੁਏਜ ਦੇ ਵਿੱਚ ਫਾਰਮਾਸੂਟੀਕਲ ਡਰੱਗਸ ਵੀ ਕਹਿੰਦੇ ਆ. ਡਰੱਗਸ ਔਰ ਮੈਡੀਸਿਨਸ ਹੁੰਦੇ ਕਿਆ ਹੈ? ਥੀਜ਼ ਆਰ ਦਾ ਕੈਮੀਕਲ ਸਬਸਟੈਂਸਿਸ ਵਿਚ ਆਰ ਯੂਜ਼ਡ for the treatment of diseases and for reducing suffering from pain. ਡਰੱਗਸ ਜਿਹੜੇ ਆ ਉਹ ਕੈਮੀਕਲ ਸਬਸਟੈਂਸਿਸ ਹੁੰਦੇ ਜਿਹਨੂੰ ਅਸੀਂ ਕਿਸੇ ਬਿਮਾਰੀ ਦੇ ਟਰੀਟਮੈਂਟ ਵਾਸਤੇ ਜਾਂ ਦਰਦ ਤੋਂ ਰਿਲੀਫ ਪਾਉਣ ਵਾਸਤੇ ਯੂਜ਼ ਕਰਦੇ ਆ. ਠੀਕ ਹੈ ਜੀ. ਅਤੇ ਡਰੱਗਸ ਜਾਂ ਮੈਡੀਸਿਨਸ ਜਿਹੜੇ ਹੈ, ਤੁਸੀਂ ਕਈ ਤਰ੍ਹਾਂ ਦੇ ਡਰੱਗਸ ਔਰ ਮੈਡੀਸਿਨਸ ਜਿਹੜੇ ਆ ਉਹ ਲੈਂਦੇ ਆ, ਜਿੱਦਾਂ ਦਰਦਾਂ ਵਾਸਤੇ, ਬੁਖਾਰ ਵਾਸਤੇ, ਇਨਫੈਕਸ਼ਨ ਵਾਸਤੇ, ਉਹ ਸਾਰੇ ਕਿਹਦੇ ਅੰਡਰ ਆਉਂਦੇ ਹੈਗੇ? ਮੈਡੀਸਿਨਸ ਦੇ ਅੰਡਰ ਆਉਂਦੇ. ਨੈਕਸਟ ਇਜ਼ ਕੀਮੋਥੈਰੇਪੀ. ਕੀਮੋਥੈਰੇਪੀ ਜਿਹੜਾ ਵਰਡ ਹੈ, this term is used for the science in which suitable chemicals are used for the treatment of diseases. ਇਹ ਸਾਇੰਸ ਦੀ ਇੱਕ ਟਰਮ ਹੈ ਜਿਹਦੇ ਵਿੱਚ ਕੈਮੀਕਲਸ ਦੀ ਹੈਲਪ ਦੇ ਨਾਲ ਕਿਸੇ ਬਿਮਾਰੀ ਦਾ ਇਲਾਜ ਕੀਤਾ ਜਾਂਦਾ. that term is called chemotherapy. Now let's start with some important medicines. The first is antipyretics. ਐਂਟੀਪਾਇਰੈਟਿਕ ਵਰਡ ਜਿਹੜਾ ਹੈ ਉਹ ਦੋ ਵਰਡਸ ਤੋਂ ਬਣਦਾ, ਐਂਟੀ ਐਂਡ ਪਾਇਰੋ. ਐਂਟੀ ਮੀਨਸ ਉਲਟਾ, ਪਾਇਰੋ ਮੀਨਸ ਟੈਂਪਰੇਚਰ, ਯਾਨੀ ਕਿ ਟੈਂਪਰੇਚਰ ਨੂੰ ਲੋਅਰ ਡਾਊਨ ਕਰਨ ਵਾਸਤੇ ਜਿਹੜੀ ਮੈਡੀਸਿਨਸ ਯੂਜ਼ ਕਰਦੇ, ਦੈਟ ਆਰ ਕਾਲਡ ਐਂਟੀਪਾਇਰੈਟਿਕਸ ਔਰ ਐਂਟੀਪਾਇਰਾਈਡਸ. ਥੀਜ਼ ਆਰ ਦਾ ਕੈਮੀਕਲ ਸਬਸਟੈਂਸਿਸ ਵਿਚ ਆਰ ਯੂਜ਼ ਟੂ ਲੋਅਰ ਦਾ ਟੈਂਪਰੇਚਰ ਆਫ ਦਾ ਬੋਡੀ ਇਨ ਹਾਈ ਫੀਵਰ. ਠੀਕ ਹੈ. ਜਦੋਂ ਸਾਨੂੰ ਬੁਖਾਰ ਹੁੰਦਾ ਤਾਂ ਸਾਡਾ ਬੋਡੀ ਦਾ ਟੈਂਪਰੇਚਰ ਜਿਹੜਾ ਹੈ ਉਹ ਇਨਕਰੀਜ਼ ਕਰ ਜਾਂਦਾ. ਉਸ ਇਨਕਰੀਜ਼ ਟੈਂਪਰੇਚਰ ਨੂੰ ਲੋਅਰ ਡਾਊਨ ਕਰਨ ਵਾਸਤੇ ਜਿਹੜੀ ਦਵਾਈਆਂ ਯੂਜ਼ ਕੀਤੀ ਜਾਂਦੀਆਂ ਜਾਂ ਕੈਮੀਕਲ ਸਬਸਟੈਂਸਿਸ ਯੂਜ਼ ਕੀਤੇ ਜਾਂਦੇ, ਦੈਟ ਆਰ ਕਾਲਡ ਐਂਟੀਪਾਇਰੈਟਿਕਸ. ਐਗਜ਼ਾਮਪਲਸ ਐਸਪਰੀਨ, ਪੈਰਾਸੀਟਾਮੋਲ. ਇਹ ਟਰਮਸ ਤੁਸੀਂ ਸੁਣੀਆਂ ਵਾ. ਐਸਪਰੀਨ ਅਤੇ ਪੈਰਾਸੀਟਾਮੋਲ ਆਰ ਦ ਮੋਸਟ ਕਾਮਨਲੀ ਯੂਜ਼ਡ ਐਂਟੀਪਾਇਰੈਟਿਕਸ. ਸਟਰਕਚਰ ਐਸਪਰੀਨ ਦੀ, chemically it is 2-acetoxy-benzoic acid and paracetamol is 4-acetaminophenol. ਇਹਨਾਂ ਦੀ ਜੇ ਸਟਰਕਚਰਸ ਜਿਹੜੀਆਂ ਇੰਪੋਰਟੈਂਟ ਹੈ. ਠੀਕ ਹੈ. ਐਸਪਰੀਨ ਅਤੇ ਪੈਰਾਸੀਟਾਮੋਲ ਜਿਹੜੇ ਹੈ ਉਹ ਦਰਦਾਂ ਵਾਸਤੇ ਵੀ ਯੂਜ਼ ਕਰਦੇ ਹੈ ਅਤੇ ਬੁਖਾਰ ਵਾਸਤੇ ਵੀ ਯੂਜ਼ ਕਰਦੇ ਹੈ, ਬਟ ਇਹਨਾਂ ਦਾ ਇੱਕ ਧਿਆਨ ਰੱਖਣਾ ਪੈਂਦਾ, ਦੇ ਸ਼ੁੱਡ ਨਾਟ ਬੀ ਟੇਕਨ ਇਨ ਐਕਸੈਸ ਅਮਾਊਂਟ. ਜ਼ਿਆਦਾ ਕੁਆਂਟਿਟੀ 'ਚ ਨਹੀਂ ਲੈਣਾ, ਐਂਡ ਸ਼ੁੱਡ ਨਾਟ ਬੀ ਟੇਕਨ ਇਨ ਐਮਟੀ ਸਟਮਕ. ਖਾਲੀ ਪੇਟ ਨਹੀਂ ਲੈਣਾ, ਕਿਉਂਕਿ ਖਾਲੀ ਪੇਟ ਅਗਰ ਤੁਸੀਂ ਲਓਗੇ ਤਾਂ ਇਹ ਸਟਮਕ ਦੇ ਵਿੱਚ ਅਲਸਰਸ ਕ੍ਰੀਏਟ ਕਰ ਸਕਦਾ. ਤਾਂ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਐਸਪਰੀਨ ਔਰ ਪੈਰਾਸੀਟਾਮੋਲ ਜਾਂ ਕੋਈ ਵੀ ਐਂਟੀਪਾਇਰੈਟਿਕ ਹੈ ਉਹਨੂੰ ਖਾਲੀ ਪੇਟ ਨਹੀਂ ਲੈਣਾ ਚਾਹੀਦਾ ਅਤੇ ਨਾ ਹੀ ਐਕਸੈਸਿਵ ਕੁਆਂਟਿਟੀ ਦੇ ਵਿੱਚ ਲੈਣਾ ਚਾਹੀਦਾ. ਠੀਕ ਹੈ. ਸੋ ਐਂਟੀਪਾਇਰੈਟਿਕਸ ਕਿਆ ਹੋ ਗਏ? ਦ ਕੈਮੀਕਲ ਸਬਸਟੈਂਸਿਸ ਵਿਚ ਆਰ ਯੂਜ਼ ਟੂ ਲੋਅਰ ਦਾ ਟੈਂਪਰੇਚਰ ਆਫ ਬੋਡੀ ਇਨ ਹਾਈ ਫੀਵਰ. ਐਗਜ਼ਾਮਪਲਸ ਐਸਪਰੀਨ, ਪੈਰਾਸੀਟਾਮੋਲ. ਹਰੇਕ ਮੈਡੀਸਿਨ ਦੀ ਡੈਫੀਨੇਸ਼ਨ ਅਤੇ ਉਹਦੀ ਐਟਲੀਸਟ ਦੋ ਐਗਜ਼ਾਮਪਲਸ ਜਿਹੜੀਆਂ ਹੈ ਉਹ ਤੁਸੀਂ ਲਰਨ ਜ਼ਰੂਰ ਕਰਨੀ ਹੈ. ਨੈਕਸਟ ਮੈਡੀਸਿਨ ਇਜ਼ ਐਨਲਜੈਸਿਕਸ. The chemical substances which are used to relieve pain without causing impairment of consciousness, mental confusion, incoordination or paralysis or some other disturbances of nervous system are called analgesic. ਐਨਲਜੈਸਿਕ ਜਿਹੜੇ ਕੈਮੀਕਲ ਸਬਸਟੈਂਸਿਸ ਜਾਂ ਮੈਡੀਸਿਨਸ ਹੁੰਦੀਆਂ ਇਹ ਸਾਨੂੰ ਦਰਦ ਤੋਂ ਰਿਲੀਵ ਕਰਵਾਉਂਦੀਆਂ.
ठीक है। बट नाल ये किसी तरह का कोई अनकॉन्शियसनैस, बेहोशी, मैंटल कन्फ्यूजन या इनकोआर्डीनेशन या पैरालिसिस या कोई भी तरह का नर्वस सिस्टम ਨੂੰ डिस्टर्बेंस कॉज नहीं करती हैगी, ठीक है। दैट आर कॉल्ड एनाल्जेसिक्स। बेसिकली एनाल्जेसिक्स क्या होंगे, ਜਿਹੜੇ ਸਾਨੂੰ ਦਰਦ ਤੋਂ ਰਾਹਤ ਦਿਵਾਉਂਦੇ ਹੈਗੇ, ਵਿਚ ਯੂਜ਼ ਟੂ ਰਿਲੀਵ ਪੇਨ ਵਿਦਾਊਟ ਕੌਜ਼ਿੰਗ ਐਨੀ ਡਿਸਟਰਬੈਂਸ ਇਨ ਦਾ ਨਰਵਸ ਸਿਸਟਮ। ਐਨਲਜੈਸਿਕ ਦੋ ਤਰ੍ਹਾਂ ਦੇ ਹੁੰਦੇ, ਨੋਨ ਨਾਰਕੋਟਿਕ ਡਰੱਗਸ ਐਂਡ ਨਾਰਕੋਟਿਕ ਡਰੱਗਸ। ਨੋਨ ਨਾਰਕੋਟਿਕ ਐਨਲਜੈਸਿਕਸ ਜਿਹੜੇ ਹੁੰਦੇ ਹੈਗੇ ਉਹ ਨੋਨ ਐਡਿਕਟਿਵ ਹੁੰਦੇ, ਮੀਨਸ ਇਹਨਾਂ ਦੀ ਆਦਤ ਨਹੀਂ ਪੈਂਦੀ, ਜਿਹੜੀ ਅਸੀਂ ਆਮ ਜ਼ਿੰਦਗੀ ਦੇ ਵਿੱਚ ਯੂਜ਼ ਕਰਦੇ ਹੈ। ਨਾਰਕੋਟਿਕ ਡਰੱਗਸ ਉਹ ਹੁੰਦੇ ਹੈਗੇ ਜਿਹੜੇ ਨਸ਼ੇਵਣ ਹੁੰਦੇ, ਮਤਲਬ ਜਿਨ੍ਹਾਂ ਦੀ ਆਦਤ ਪੈ ਜਾਂਦੀ, ਜਿਹੜੇ ਅਨਕੌਂਸ਼ੀਅਸਨੈਸ ਵਗੈਰਾ ਕੌਜ਼ ਕਰ ਸਕਦੇ। ਅਸੀਂ ਇਹਦੇ ਬਾਰੇ ਡਿਟੇਲ 'ਚ ਡਿਸਕਸ ਕਰਦੇ ਹਾਂ। Now let's study about types of analgesics. The first is again non-narcotic analgesics. These are non-addictive drugs that don't cause any kind of addiction. ਇਹ ਜਿਹੜੇ ਹੈ ਇਹ non-addictive analgesics ਹੈ, ਜਿਹੜੇ ਕਿ ਕਿਸੇ ਤਰ੍ਹਾਂ ਦੀ ਕੋਈ ਐਡਿਕਸ਼ਨ ਕੌਜ਼ ਨਹੀਂ ਕਰਦੇ। ਐਡਿਕਸ਼ਨ ਕਿਆ ਹੁੰਦਾ, ਆਦਤ ਨਹੀਂ ਪੈਂਦੀ ਸਾਨੂੰ ਇਹਨਾਂ ਦੀ। ਐਗਜ਼ਾਮਪਲਸ ਜਿਹੜੀਆਂ ਹੈ ਉਹ ਨੋਨ ਐਡਿਕਟਿਵ ਐਨਲਜੈਸਿਕਸ ਜਾਂ ਨੋਨ ਨਾਰਕੋਟਿਕਸ ਦੀਆਂ ਐਸਪਰੀਨ, ਪੈਰਾਸੀਟਾਮੋਲ, ਇਬੂਪ੍ਰੋਫੇਨ। ਇਹ ਕਾਮਨ ਨੇਮ ਹੈ ਜਿਹੜੇ ਤੁਸੀਂ ਸੁਣਦੇ ਆ, ਇਹ ਦਰਦਾਂ ਦੀ ਦਵਾਈ ਹੈ। ਮਾਈਂਡ ਡੀਟੀ ਦੇ ਵਿੱਚ ਐਸਪਰੀਨ ਅਤੇ ਪੈਰਾਸੀਟਾਮੋਲ ਇਹ ਅਸੀਂ ਪਿੱਛੇ ਐਂਟੀਪਾਇਰੇਟਸ 'ਚ ਵੀ ਪੜ੍ਹੇ, ਹੁਣ ਐਨਲਜੈਸਿਕਸ 'ਚ ਵੀ ਪੜ੍ਹ ਰਹੇ। ਤਾਂ ਐਸਪਰੀਨ ਐਂਡ ਪੈਰਾਸੀਟਾਮੋਲ ਆਰ ਦੋਜ਼ ਐਗਜ਼ਾਮਪਲਸ ਵਿਚ ਕੈਨ ਬੀ ਯੂਜ਼ਡ ਐਜ਼ ਐਂਟੀਪਾਇਰਾਈਟ ਐਜ਼ ਵੈਲ ਐਜ਼ ਐਨਲਜੈਸਿਕ। ਜਿਹੜੇ ਐਸਪਰੀਨ ਅਤੇ ਪੈਰਾਸੀਟਾਮੋਲ ਹੈ ਉਹ ਐਂਟੀਪਾਇਰਾਈਟ ਅਤੇ ਐਨਲਜੈਸਿਕ ਦੋਨਾਂ ਵਾਸਤੇ ਯੂਜ਼ ਕਰ ਸਕਦੇ। ਜਿਹੜੇ ਇਹ ਐਨਲਜੈਸਿਕ ਜਾਂ ਡਰੱਗਸ ਹੈ ਇਹ ਸਕੈਲੇਟਲ ਪੇਨ, ਮਤਲਬ ਹੱਡੀਆਂ 'ਚ ਦਰਦ, ਜਿੱਦਾਂ ਆਰਥਰਾਈਟਿਸ ਹੁੰਦਾ ਹੈਗਾ, ਗਠੀਆ ਜਿਹਨੂੰ ਪੰਜਾਬੀ 'ਚ ਕਹਿੰਦੇ ਹੈਗੇ, ਉਹਨਾਂ ਦੇ ਦਰਦ ਵਾਸਤੇ ਰਿਲੀਫ ਕਰਵਾਉਣ ਵਾਸਤੇ ਯੂਜ਼ ਕਰਦੇ ਹੈਗੇ। ਐਸਪਰੀਨ ਜਿਹੜੀ ਹੈ ਉਹ ਕਾਮਨ ਐਗਜ਼ਾਮਪਲ ਹੈ ਨੋਨ ਨਾਰਕੋਟਿਕ ਡਰੱਗ ਦੀ, ਐਂਡ ਇਟ ਇਜ਼ ਆਲਸੋ ਵੈਰੀ ਪੋਪੂਲਰ ਐਗਜ਼ਾਮਪਲ ਆਫ ਐਂਟੀਪਾਇਰੇਟਿਕ। ਮੈਂ ਹੁਣੇ ਤੁਹਾਨੂੰ ਦੱਸਿਆ ਕਿ ਐਸਪਰੀਨ ਅਤੇ ਪੈਰਾਸੀਟਾਮੋਲ ਦੋਨੇ ਹੀ ਇਹੋ ਜਿਹੀਆਂ ਐਗਜ਼ਾਮਪਲਸ ਹੈ ਵਿਚ ਆਰ ਯੂਜ਼ ਫॉर ਐਜ਼ ਐਨਲਜੈਸਿਕ ਦਰਦਾਂ ਵਾਸਤੇ ਵੀ ਐਂਡ ਐਜ਼ ਐਂਟੀਪਾਇਰੇਟ ਬੁਖਾਰ ਵਾਸਤੇ ਵੀ। ਐਸਪਰੀਨ ਦੇ ਹੋਰ ਵੀ ਕਈ ਫਾਇਦੇ ਹੈ। ਐਸਪਰੀਨ ਆਲਸੋ ਫਾਈਂਡ ਯੂਜ਼ਡ ਇਨ ਪ੍ਰੀਵੈਂਸ਼ਨ ਆਫ ਹਾਰਟ ਅਟੈਕ। ਹਾਰਟ ਅਟੈਕ ਦੀ ਪ੍ਰੀਵੈਂਸ਼ਨ ਵਾਸਤੇ ਵੀ ਐਸਪਰੀਨ ਯੂਜ਼ ਕਰਦੇ ਹੈ। ਕਿਉਂ? ਬਿਕੋਜ਼ ਇਟ ਹੈਜ਼ ਐਂਟੀ ਬਲੱਡ ਕਲੋਟਿੰਗ ਐਕਸ਼ਨ। ਇਹ ਬਲੱਡ ਦੇ ਕਲੋਟਿੰਗ ਨਹੀਂ ਹੋਣ ਦਿੰਦਾ, ਉਹਨੂੰ ਪਤਲਾ ਰੱਖਦਾ ਹੈਗਾ। ਅਤੇ ਜਿਨ੍ਹਾਂ ਦਾ ਬਲੱਡ ਗਾੜਾ ਹੁੰਦਾ ਜਾਂ ਜਿਨ੍ਹਾਂ ਨੂੰ ਹਾਰਟ ਸਟ੍ਰੋਕ ਦੇ ਡਰ ਹੁੰਦਾ ਹੈਗਾ ਉਹਨਾਂ ਨੂੰ ਐਸਪਰੀਨ ਵਗੈਰਾ ਡਾਕਟਰ ਲੈਣ ਨੂੰ ਕਹਿੰਦੇ। ਬਟ ਓਵਰਡੋਜ਼ਿਸ ਅਤੇ ਐਮਟੀ ਸਟਮਕ ਦੇ ਵਿੱਚ ਇਹਨੂੰ ਯੂਜ਼ ਕਰਨਾ ਜਿਹੜਾ ਹੈ ਉਹ ਅਵੋਇਡ ਕਰਨਾ ਚਾਹੀਦਾ। ਇਹ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਤਾਂ। ਕਿਉਂ? ਕਿਉਂਕਿ ਇਹ ਸਟਮਕ ਦੇ ਵਿੱਚ ਹਾਈਡਰੋਲਾਈਜ਼ਡ ਹੋ ਕੇ ਸੈਲਿਸਿਲਿਕ ਐਸਿਡ ਬਣਾ ਲੈਂਦਾ, ਜਿਹੜਾ ਕਿ ਜਿਹੜੀ ਸਟਮਕ ਦੀ ਇਨਰ ਲਾਈਨਿੰਗ ਹੈ ਉਹਦੇ ਵਿੱਚ ਬਲੀਡਿੰਗ ਕੌਜ਼ ਕਰ ਸਕਦਾ। ਅਤੇ ਇਸ ਕਰਕੇ ਇਹਨਾਂ ਦੇ ਓਵਰਡੋਜ਼ਿਸ ਵੀ ਅਵੋਇਡ ਕਰਨੇ ਚਾਹੀਦੇ ਅਤੇ ਇਹਨੂੰ ਐਮਟੀ ਸਟਮਕ ਦੇ ਨਾਲ ਵੀ ਨਹੀਂ ਲੈਣਾ ਚਾਹੀਦਾ। ਨੈਕਸਟ ਹੈ ਨਾਰਕੋਟਿਕ ਐਨਲਜੈਸਿਕਸ। ਥੀਸ ਡਰੱਗਸ ਪ੍ਰੋਡਿਊਸਿਸ ਸਲੀਪ ਐਂਡ ਅਨਕੌਂਸ਼ੀਅਸਨੈਸ ਐਂਡ ਆਰ ਯੂਜ਼ਡ ਐਜ਼ ਐਨਲਜੈਸਿਕਸ। ਜਿਹੜੇ ਨਾਰਕੋਟਿਕ ਡਰੱਗਸ ਹੈ ਇਹ ਐਡਿਕਟਿਵ ਹੁੰਦੇ ਹੈਗੇ। ਇਹ ਜ਼ਿਆਦਾਤਰ ਨੀਂਦ ਕੌਜ਼ ਕਰਦੇ, ਬੇਹੋਸ਼ੀ ਕੌਜ਼ ਕਰਦੇ ਹੈਗੇ ਅਤੇ ਐਨਲਜੈਸਿਕ ਯਾਨੀ ਕਿ ਦਰਦਾਂ ਤੋਂ ਰਿਲੀਵ ਕਰਵਾਉਣ ਵਾਸਤੇ ਯੂਜ਼ ਕਰਦੇ ਹੈਗੇ। ਐਗਜ਼ਾਮਪਲਸ ਮੋਰਫੀਨ, ਕੋਡੇਨ, ਹੈਰੋਇਨ, ਮੈਰੀਜੁਆਨਾ, ਇਹ ਸਾਰੇ ਜਿਹੜੇ ਹੈ ਉਹ ਐਨਲਜੈਸਿਕਸ ਦੇ ਤੌਰ 'ਤੇ ਯੂਜ਼ ਹੁੰਦੇ। ਬਟ ਇਨ ਕੇਸ ਆਫ ਸੀਵੀਅਰ ਪੇਨਸ, ਜਦੋਂ ਦਰਦ ਬਹੁਤ ਜ਼ਿਆਦਾ ਹੋਵੇ ਅਤੇ ਨੋਨ ਨਾਰਕੋਟਿਕ ਡਰੱਗਸ ਇਹਦੇ ਵਿੱਚ ਯੂਜ਼ਫੁਲ ਨਾ ਹੋਵੇ, ਕਿਉਂਕਿ ਨੋਨ ਨਾਰਕੋਟਿਕਸ ਡਰੱਗਸ ਦਾ ਜਿਹੜਾ ਐਕਸ਼ਨ ਹੈ ਉਹ ਥੋੜ੍ਹਾ ਸਲੋ ਹੋਏਗਾ। ਜਦੋਂ ਪੇਨ ਬਹੁਤ ਜ਼ਿਆਦਾ ਹੋਵੇ ਤਾਂ ਉਸ ਵਕਤ ਨਾਰਕੋਟਿਕ ਐਨਲਜੈਸਿਕਸ ਯੂਜ਼ ਕਰੇਂਗੇ। ਬਟ ਇਹ ਹੈਬਿਟ ਫਾਰਮਿੰਗ ਹੁੰਦੇ ਹੈਗੇ, ਇਹਨੇ ਐਡਿਕਟਿਵ ਹੁੰਦੇ, ਇਹਨਾਂ ਦੀ ਆਦਤ ਲੱਗ ਜਾਂਦੀ। ਜਦੋਂ ਇਹਨਾਂ ਨੂੰ ਮੈਡੀਸਨਲ ਡੋਜ਼ਿਸ ਦੇ ਵਿੱਚ ਯੂਜ਼ ਕੀਤਾ ਜਾਵੇ ਤਾਂ ਇਹ ਪੇਨ ਤੋਂ ਰਿਲੀਫ ਕਰਵਾਉਂਦੇ ਅਤੇ ਸਲੀਪ ਪ੍ਰੋਡਿਊਸ ਕੌਜ਼ ਕਰਦੇ ਹੈਗੇ। ਬਟ ਐਕਸੈਸਿਵ ਡੋਜ਼ਿਸ 'ਚ ਅਗਰ ਲਿਆ ਜਾਵੇ ਤਾਂ ਇਹ ਕੋਮਾ, ਕਨਵਰਸ਼ਨਸ ਹੁੰਦੇ, ਜਦੋਂ ਇੱਕਦਮ ਬੋਡੀ ਝਟਕੇ ਲਾਉਂਦੇ ਅਤੇ ਅਲਟੀਮੇਟਲੀ ਲੀਡਿੰਗ ਟੂ ਡੈਥ। ਨਾਰਕੋਟਿਕ ਡਰੱਗਸ ਇਹ ਜਿਹੜੇ ਹੈ ਉਹ ਕਦੋਂ ਯੂਜ਼ ਕੀਤੇ ਜਾਂਦੇ? ਜਦੋਂ ਕਾਰਡੀਅਕ ਪੇਨ ਹੋਵੇ, ਹਾਰਟ ਰਿਲੇਟਿਡ ਪੇਨ, ਪੇਨ ਰਿਲੇਟਿਡ ਟੂ ਚਾਈਲਡ ਬਰਥ ਜਾਂ ਟਰਮੀਨਲ ਕੈਂਸਰ, ਜਿੱਥੇ ਜਿਹੜਾ ਪੇਨ ਬਹੁਤ ਜ਼ਿਆਦਾ ਸੀਵੀਅਰ ਹੋਵੇ, ਬਹੁਤ ਜ਼ਿਆਦਾ ਹੋਵੇ ਅਤੇ ਉਹ ਨੋਨ ਨਾਰਕੋਟਿਕ ਐਨਲਜੈਸਿਕਸ ਨਾਲ ਕੰਟਰੋਲ ਨਾ ਹੁੰਦਾ ਹੋਵੇ, ਤਦ ਉਸ ਵਕਤ ਨਾਰਕੋਟਿਕ ਐਨਲਜੈਸਿਕਸ ਯੂਜ਼ ਕਰਦੇ। ਬਟ ਰਿਮੈਂਬਰ ਵਨ ਥਿੰਗ, ਇਹ ਐਡਿਕਟਿਵ ਹੁੰਦੇ ਆ। ਨੈਕਸਟ ਆਰ ਮੈਡੀਸਿਨ ਇਜ਼ ਐਂਟੀ ਮਲੇਰੀਅਲ ਡਰੱਗਸ। ਐਜ਼ ਨੇਮ ਸੁਜੈਸਟਿਡ, ਇਹ ਮਲੇਰੀਆ ਦੀ ਬਿਮਾਰੀ ਤੋਂ
ਬਿਮਾਰੀ ਦੇ ਟ੍ਰੀਟਮੈਂਟ ਲਈ ਯੂਜ਼ ਹੁੰਦੇ। ਦ ਕੈਮੀਕਲ ਸਬਸਟੈਂਸਿਸ ਯੂਜ਼ ਫॉर ਦ ਟ੍ਰੀਟਮੈਂਟ ਆਫ ਮਲੇਰੀਆ ਆਰ ਕਾਲਡ ਐਂਟੀ ਮਲੇਰੀਅਰਸ ਔਰ ਐਂਟੀ ਮਲੇਰੀਅਲ ਡਰੱਗਸ। ਇਹਦੇ ਵਿੱਚ ਪਹਿਲਾਂ ਜਿਹੜਾ ਹੈ ਉਹ ਐਲਕਲੋਇਡ ਕਿਊਨੀਨ ਯੂਜ਼ ਹੁੰਦਾ, that is obtained from चिनकोना plant। एक चिनकोना नाम ਦੇ ਪਲਾਂਟ ਦੇ ਬਾਰਕ ਤੋਂ obtain ਹੁੰਦਾ ਕਿਊਨੀਨ, ਉਹਨੂੰ ਐਜ਼ ਐਂਟੀ ਮਲੇਰੀਅਲ ਡਰੱਗਸ ਦੇ ਤੌਰ 'ਤੇ ਯੂਜ਼ ਕਰਦੇ। ਹੁਣ ਹੋਰ ਸਿੰਥੈਟਿਕ ਡਰੱਗਸ ਆ ਚੁੱਕੇ ਜਿੱਦਾਂ ਕਲੋਰੋਕੁਈਨ, ਪੈਰਾਕੁਈਨ, ਪ੍ਰਾਈਮਾਕੁਈਨ ਐਸੈਟਰਾ। ਰੀਸੈਂਟਲੀ ਤੁਸੀਂ ਕਲੋਰੋਕੁਈਨ ਬਾਰੇ ਸੁਣਿਆ ਹੋਣਾ, ਤੁਸੀਂ ਸੁਣਿਆ ਹੋਣਾ ਹਾਈਡਰੋਕਸੀ ਕਲੋਰੋਕੁਈਨ, ਵਿੱਚ ਰਿਪੋਰਟਸ ਆ ਰਹੀਆਂ ਥੀਆਂ ਕਿ ਦਿਸ ਮੈਡੀਸਿਨ ਕੈਨ ਬੀ ਯੂਜ਼ ਫॉर ਦ ਟ੍ਰੀਟਮੈਂਟ ਆਫ ਕਰੋਨਾ ਵਾਇਰਸ। ਅਤੇ ਅਮੈਰੀਕਾ ਨੇ ਇਸੀ ਦਵਾਈ ਦੀ ਡਿਮਾਂਡ ਜਿਹੜੀ ਹੈ ਉਹ ਇੰਡੀਆ ਤੋਂ ਕੀਤੀ ਥੀ, ਬਿਕੋਜ਼ ਇੰਡੀਆ ਇਜ਼ ਵਨ ਆਫ ਦ ਲਾਰਜੈਸਟ ਪ੍ਰੋਡਿਊਸਰ ਆਫ ਹਾਈਡਰੋਕਸੀ ਕਲੋਰੋਕੁਈਨ। So these are the anti-malarial drugs which are used for the treatment of malaria. Next are medicines are tranquilizers. Tranquilizers क्या होंगे? ये वो chemical substances होंगे जिहड़े stress, depression, mental diseases ਦੇ treatment वास्ते use होंगे है। These are the chemical substances used for the treatment of stress, fatigue, mild and severe mental diseases. Example, noradrenaline, ਇਪਰੋਨੀਆਜ਼ਿਡ, ਨਾਰਡਿਲ ਐਸੈਟਰਾ। ਇਹ ਕੈਮੀਕਲ ਸਬਸਟੈਂਸਿਸ ਜਾਂ ਟਰੰਕੁਲਾਈਜ਼ਰਸ ਜਿਹੜੀ ਮੈਡੀਸਿਨਸ ਹੈ ਇਹ ਜ਼ਿਆਦਾਤਰ ਮੈਂਟਲ ਟੈਂਸ਼ਨ ਨੂੰ ਘਟਾਉਂਦੇ ਹੈ, ਐਕਸਾਈਟਮੈਂਟ, ਐਨਜ਼ਾਈਟੀ ਜਿਹੜੀ ਹੁੰਦੀ ਉਹਨੂੰ ਡਿਕਰੀਜ਼ ਕਰਦੇ ਤਾਂ ਕਿ ਜਿਹੜਾ ਪੇਸ਼ੈਂਟ ਹੈ ਉਹ ਕਾਮ ਹੋ ਸਕੇ। ਟਰੰਕੁਲਾਈਜ਼ਰ ਵਰਡ ਹੀ ਟਰੰਕੁਲਾਈਜ਼ ਤੋਂ ਬਣਿਆ ਜਿਹਦਾ ਮਤਲਬ ਹੀ ਹੁੰਦਾ ਕਾਮ। ਇਹ ਸਾਡੀ ਸਲੀਪਿੰਗ ਪਿਲ ਦੇ ਅਸੈਂਸ਼ੀਅਲ ਕੰਪੋਨੈਂਟਸ ਹੁੰਦੇ। ਅਸੀਂ ਸਲੀਪਿੰਗ ਪਿਲਸ ਵਗੈਰਾ ਤੁਸੀਂ ਨੀਂਦ ਦੀਆਂ ਗੋਲੀਆਂ ਸੁਣੀਆਂ ਹੋਣੀਆਂ, ਇਹ ਉਹਨਾਂ ਦੇ ਅਸੈਂਸ਼ੀਅਲ ਕੰਪੋਨੈਂਟਸ ਹੈ ਟਰੰਕੁਲਾਈਜ਼ਰਸ। ਕਈ ਵਾਰ ਇਹ ਕੁਐਸਚਨ ਵੀ ਆ ਜਾਂਦਾ, ਨੇਮ ਦਾ ਅਸੈਂਸ਼ੀਅਲ ਕੰਪੋਨੈਂਟ ਆਫ ਸਲੀਪਿੰਗ ਪਿਲਸ, ਦੈਟ ਆਰ ਟਰੰਕੁਲਾਈਜ਼ਰਸ। ਜਿਹੜੇ ਡਰੱਗਸ ਹੁੰਦੇ ਇਹ ਪੇਸ਼ੈਂਟ ਨੂੰ ਪੈਸਿਵ ਕਰ ਦਿੰਦੇ, ਇਨਐਕਟਿਵ ਕਰ ਦਿੰਦੇ ਤਾਂ ਕਿ ਉਹ ਆਪਣੇ ਇਮੋਸ਼ਨਲ ਡਿਸਟ੍ਰੈਸ ਅਤੇ ਡਿਪਰੈਸ਼ਨ ਨੂੰ ਕੰਟਰੋਲ ਕਰ ਸਕੇ। ਐਕੁਆਨਿਲ ਇੱਕ ਦਵਾਈ ਹੈ ਜਿਹੜੀ ਕਿ ਫੇਮਸ ਹੈ ਡਿਪਰੈਸ਼ਨ ਅਤੇ ਹਾਈਪਰਟੈਂਸ਼ਨ ਦੇ ਟਰੀਟਮੈਂਟ ਵਾਸਤੇ ਇਹਨਾਂ ਨੂੰ ਯੂਜ਼ ਕਰਦੇ। ਇਸ ਤੋਂ ਇਲਾਵਾ ਬਾਰਬੀਟੂਰੇਟਸ ਹੁੰਦੇ, ਡੈਰੀਵੇਟਿਵਸ ਹੁੰਦੇ ਬਾਰਬੀਟੂਰਿਕ ਐਸਿਡਸ ਦੇ, ਇਹ ਹਾਈਪਨੋਟਿਕ ਏਜੰਟਸ ਹੁੰਦੇ। ਹਿਪਨੋਟਿਕ ਏਜੰਟਸ ਇਹ ਸਲੀਪ ਪ੍ਰੋਡਿਊਸਿੰਗ ਡਰੱਗਸ ਹੈ ਜ਼ਿਆਦਾਤਰ, ਠੀਕ ਹੈ। ਸੋ ਟਰੰਕੁਲਾਈਜ਼ਰਸ ਕਿਆ ਹੁੰਦੇ? ਦੀਜ਼ ਆਰ ਦਾ ਕੈਮੀਕਲ ਸਬਸਟੈਂਸਿਸ ਜਿਹੜੇ ਕਿ ਸਟ੍ਰੈਸ ਜਾਂ ਮੈਂਟਲ ਡਿਜ਼ੀਜ਼ਿਸ ਦੇ ਟਰੀਟਮੈਂਟ ਵਾਸਤੇ ਯੂਜ਼ ਕੀਤੇ ਜਾਂਦੇ। ਨੈਕਸਟ ਮੈਡੀਸਿਨਸ ਆਰ ਐਂਟਾਐਸਿਡਸ। ਤੁਹਾਨੂੰ ਪਤਾ ਹੈ ਕਿ ਸਟਮਕ ਦੇ ਵਿੱਚ ਡਾਈਜੈਸ਼ਨ ਆਫ ਫੂਡ ਦੇ ਡਿਊਰਿੰਗ ਜਿਹੜਾ ਹੈ ਉਹ ਇੱਕ ਐਸਿਡ ਸਿਕ੍ਰੀਟ ਹੁੰਦਾ, ਦੈਟ ਇਜ਼ ਕਾਲਡ ਹਾਈਡਰੋਕਲੋਰਿਕ ਐਸਿਡ। ਬਟ ਹਾਈਡਰੋਕਲੋਰਿਕ ਐਸਿਡ ਅਗਰ ਐਕਸੈਸ ਦੇ ਵਿੱਚ ਪ੍ਰੋਡਿਊਸ ਹੋ ਜਾਵੇ ਤਾਂ ਉਹ ਸਟਮਕ ਦੇ ਵਿੱਚ ਪੇਨਫੁਲ ਸੈਂਸੇਸ਼ਨਸ ਕ੍ਰੀਏਟ ਕਰਦਾ, ਜਿਹਦੇ ਕਰਕੇ ਜਿਹੜਾ ਪਰਸਨ ਹੈ ਉਹ ਅਨਕੰਫਰਟੇਬਲ ਫੀਲ ਕਰਦਾ। ਉਸ ਕੰਡੀਸ਼ਨ ਨੂੰ ਅਸੀਂ ਹਾਈਪਰ ਐਸਿਡਿਟੀ ਜਾਂ ਸਿੰਪਲੀ ਐਸਿਡਿਟੀ ਕਹਿ ਦਿੰਦੇ, ਠੀਕ ਹੈ। ਤਾਂ ਉਸ ਚੀਜ਼ ਤੋਂ, ਉਸ ਐਸਿਡਿਟੀ ਤੋਂ ਰਿਲੀਵ ਕਰਵਾਉਣ ਵਾਸਤੇ ਜਿਹੜੇ ਮੈਡੀਸਿਨਸ ਯੂਜ਼ ਕਰਦੇ, ਦੈਟ ਆਰ ਕਾਲਡ ਐਂਟਾਐਸਿਡਸ। ਸੋ ਦ ਕੈਮੀਕਲ ਸਬਸਟੈਂਸਿਸ ਵਿਚ ਨਿਊਟਰਲਾਈਜ਼ ਐਕਸੈਸ ਐਸਿਡ in the gastric juices and give relief from acid indigestion, acidity and heartburn, and gastric ulcers are called antacids. Examples, baking soda ਜਿਹਨੂੰ ਅਸੀਂ ਆਮ ਭਾਸ਼ਾ 'ਚ ਮਿੱਠਾ ਸੋਡਾ ਕਹਿੰਦੇ, chemical name sodium hydrogen carbonate in water is a very common example of antacids. Other examples, magnesium hydroxide ਆ ਜਾਂਦਾ, aluminium hydroxide gel ਆ ਜਾਂਦੇ, drugs ਦੇ ਵਿੱਚ cimetidine, ranitidine, ਐਮਪਰਾਜ਼ੋਲ, ਐਂਸੋਪਰਾਜ਼ੋਲਸ ਵਗੈਰਾ ਯੂਜ਼ ਹੁੰਦੇ ਹੈਗੇ। ਇਹ ਐਂਟਾਐਸਿਡਸ ਮਾਰਕੀਟ ਦੇ ਵਿੱਚ ਲਿਕੁਇਡ ਦੇ ਵਿੱਚ, ਜੈਲਸ ਦੇ ਵਿੱਚ, ਟੈਬਲੇਟ ਫਾਰਮ 'ਚ, ਸਾਰੀ ਫਾਰਮ 'ਚ ਪ੍ਰੈਜ਼ੈਂਟ ਹੁੰਦੇ। ਬਟ ਸਭ ਤੋਂ ਵਧੀਆ ਲਿਕੁਇਡ ਹੈ, ਕਿਉਂਕਿ ਲਿਕੁਇਡ ਦੇ ਵਿੱਚ ਜਿਹੜੇ ਐਂਟਾਐਸਿਡਸ ਹੈ ਉਹ ਜ਼ਿਆਦਾ ਇਫੈਕਟਿਵ ਹੈ ਟੈਬਲੇਟਸ ਨਾਲੋਂ, ਕਿਉਂਕਿ ਇਹਨਾਂ ਦਾ ਸਰਫੇਸ ਏਰੀਆ ਕਿਆ ਹੁੰਦਾ, ਜ਼ਿਆਦਾ ਹੁੰਦਾ। ਇਹ ਜਲਦੀ ਹੀ ਐਸਿਡਸ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਨਿਊਟਰਲਾਈਜ਼ ਕਰ ਸਕਦੇ। ਹਾਲਾਂਕਿ ਐਕਸੈਸਿਵ ਯੂਜ਼ ਆਫ ਹਾਈਡਰੋਜਨ ਕਾਰਬੋਨੇਟ ਜਿਹੜਾ ਹੈ ਉਹ ਅਵੋਇਡ ਕਰਨਾ ਚਾਹੀਦਾ, ਕਿਉਂਕਿ ਜਦੋਂ ਇਹ ਐਸਿਡ ਐਕਸੈਸਿਵ ਯੂਜ਼ ਅਸੀਂ ਕਰਾਂਗੇ ਹਾਈਡਰੋਜਨ ਕਾਰਬੋਨੇਟ ਦਾ, ਜਿਨ੍ਹਾਂ ਦੀ ਨੇਚਰ ਜਿਹੜੀ ਆ ਉਹ ਬੇਸਿਕ ਹੁੰਦੀ, ਇਹ ਸਟਮਕ ਨੂੰ ਐਲਕਲਾਈਨ ਕਰ ਦਿੰਦੇ। ਜਦੋਂ ਸਟਮਕ ਦੀ ਨੇਚਰ ਐਲਕਲਾਈਨ ਹੋ ਜਾਏਗੀ ਤਾਂ ਉਹ ਜ਼ਿਆਦਾ ਐਸਿਡ ਜਿਹੜਾ ਹੈ ਉਹ ਸਿਕਰੀਟ ਕਰੇਗਾ ਤਾਂ ਐਸਿਡਿਟੀ ਦੀ ਪ੍ਰੋਬਲਮ ਦੁਬਾਰਾ ਕੌਜ਼ ਹੋ ਸਕਦੀ। ਇਸ ਕਰਕੇ ਇਹਨਾਂ ਦੀ ਅਮਾਊਂਟ ਜਿਹੜੀ ਆ ਉਹ ਐਕਸੈਸਿਵ ਨਹੀਂ ਹੋਣੀ ਚਾਹੀਦੀ। ਸੋ ਸਾਡੇ ਐਂਟਾਐਸਿਡਸ ਕਿਆ ਹੁੰਦੇ? ਥੀਸ ਆਰ ਦ ਕੈਮੀਕਲ ਸਬਸਟੈਂਸਿਸ ਵਿਚ ਗਿਵ ਰਿਲੀਫ ਫਰੋਮ stomach acidity. So this is all about today's work. Tomorrow we will discuss about other medicines. Thank you.